ਕਿਵੇਂ ਆਪਾਂ ਬਿਜ਼ਨਸ ਆਪਾਂ ਨੂੰ ਅਗਰ ਕੋਈ ਨੈਗੇਟਿਵਿਟੀ ਆਉਂਦੀ ਹੈ ਆਪਾਂ ਨੈਗੇਟਿਵਿਟੀ ਨੂੰ ਕਿਵੇਂ ਆਪਣੇ ਆਪ ਤੋਂ ਦੂਰ ਕਰਨਾ ਔਰ ਕਿੱਦਾਂ ਆਪਾਂ ਆਪਣੇ ਪੋਜ਼ਿਟਿਵ ਲੋਕਾਂ ਦੇ ਨਾਲ ਉਹਨਾਂ ਨੂੰ ਆਪਣੇ ਨਾਲ ਲੈ ਕੇ ਆਪਾਂ ਕਿੱਦਾਂ ਆਪਣੇ ਬਿਜ਼ਨਸ ਨੂੰ ਗਰੋ ਕਰ ਸਕਦੇ ਹਾਂ ਨਾ। ਕਦੇ ਵੀ ਕੋਈ ਨੈਗੇਟਿਵਿਟੀ ਆਉਂਦੀ ਆ ਤੁਸੀਂ ਆਪਣੇ ਅਪਲਾਈਨ ਨਾਲ ਸ਼ੇਅਰ ਕਰੋ, ਡਾਕਟਰ ਵਰੁਣ ਨਾਲ ਸ਼ੇਅਰ ਕਰੋ, ਗੌਰਵ ਭਾਜੀ ਬੈਠੇ ਆਪਣੇ ਸਾਰਿਆਂ ਦੇ ਅਪਲਾਈਨ ਉਹਨਾਂ ਨਾਲ ਸ਼ੇਅਰ ਕਰੋ। ਸੋ ਮੈਨੂੰ ਡਾਕਟਰ ਸਾਹਿਬ ਨੇ ਡਿਊਟੀ ਲਾਈ ਆ ਕਿ ਅੱਜ ਦਾ ਜਿਹੜਾ ਪਲਾਨ ਦਿਖਾਣਾ ਕਿ ਇਹ ਆਪਣਾ ਬਿਜ਼ਨਸ ਕੰਮ ਕਿਵੇਂ ਕਰਦਾ। ਆਪਾਂ ਜੁਆਇਨ ਕਰ ਲੈਂਦੇ ਆ, ਉਸ ਤੋਂ ਬਾਅਦ ਕੀ ਕਰਨਾ ਚਾਹੀਦਾ ਆਪਾਂ ਨੂੰ ਹਨਾ। ਸੋ ਆਪਣੀ ਅੱਜ ਦੀ ਮੀਟਿੰਗ ਨੂੰ ਕਹਿੰਦੇ ਆ ਪੇਸ ਮੀਟਿੰਗ। ਪੇਸ ਮੀਟਿੰਗ ਦਾ ਨਾਮ ਪੇਸ ਮੀਟਿੰਗ ਕਿਉਂ ਰੱਖਿਆ ਗਿਆ? ਪ੍ਰੋਡਕਟ ਐਂਡ ਸਿਸਟਮ ਐਜੂਕੇਸ਼ਨ। ਪ੍ਰੋਡਕਟ ਬਾਰੇ ਵੀ ਨੌਲੇਜ ਮਿਲਦੀ ਆ ਔਰ ਸਿਸਟਮ ਬਾਰੇ ਵੀ ਨੌਲੇਜ ਮਿਲਦੀ ਆ। ਇਹ ਆਪਣਾ ਸਿਸਟਮ ਕਿਵੇਂ ਕੰਮ ਕਰਦਾ। ਹੁਣ ਪਲਾਨ ਹੈਗਾ ਵੀ ਦੇਖੋ ਆਪਣੇ ਸਾਰਿਆਂ ਦੇ ਕੋਈ ਨਾ ਕੋਈ ਸੁਪਨੇ ਹੁੰਦੇ ਆ, ਚਾਹੇ ਕੋਈ ਗਰੀਬ ਆ ਉਹਦੇ ਛੋਟੇ ਸੁਪਨੇ ਹੁੰਦੇ ਆ, ਥੋੜਾ ਮਿਡਲ ਕਲਾਸ ਆ ਉਹਦੇ ਮਿਡਲ ਕਲਾਸ ਦੇ ਸੁਪਨੇ ਹੁੰਦੇ ਆ, ਥੋੜਾ ਹਾਇਰ ਲੈਵਲ ਤੇ ਚਲਾ ਜਾਂਦਾ, ਥੋੜਾ ਪੈਸੇ ਆ ਜਾਂਦੇ ਆ, ਉਹਨਾਂ ਦੇ ਸੁਪਨੇ ਹੋਰ ਤਰ੍ਹਾਂ ਦੇ ਆ। ਸੁਪਨਾ ਕੋਈ ਵੱਡਾ ਛੋਟਾ ਨਹੀਂ ਹੁੰਦਾ। ਕਿਸੇ ਦਾ ਕੋਈ ਇੱਕ ਦਿਨ ਆਪਣੇ ਕੋਲ ਇੱਥੇ ਲੇਡੀ ਆਈ ਸੀ, ਤੁਸੀਂ ਜਾਣਦੇ ਹੋਵੋਗੇ, ਆਪਣੇ ਵਾਰਡ 'ਚ ਹੈਗੀ ਆ। ਉਹ ਕਹਿੰਦੀ ਸੀ ਮੈਨੂੰ 5000 ਮੈਨੂੰ ਆਉਣ ਲੱਗ ਜਾਵੇ, ਮੈਨੂੰ ਬਹੁਤ ਹੈ ਮੇਰੇ ਲਈ। ਜਿੱਦਣ ਸਿਸਟਰ ਕੁਲਦੀਪ ਪਹਿਲੇ ਦਿਨ ਆਏ ਸੀਗੇ ਉਹਨਾਂ ਨੂੰ 6000 ਆਇਆ ਸੀ, ਕਹਿੰਦੇ 6000 ਮੈਨੂੰ ਬਹੁਤ ਆ। ਉਹ ਪਿਛਲੇ ਮਹੀਨੇ ਉਹਨਾਂ ਨੂੰ 22000 ਆਇਆ। ਤੁਸੀਂ ਇਹ ਦੇਖੋ ਵੀ ਕਿਤੇ 6000 ਸੁਪਨਾ ਹੁੰਦਾ ਇੱਕ, ਉਹਨਾਂ ਦਾ ਸੁਪਨਾ ਸੀ ਮੈਨੂੰ 6000 ਆਵੇ ਹੈ ਨਾ, ਉਹਨਾਂ ਦਾ ਸੁਪਨਾ ਪੂਰਾ ਹੋ ਗਿਆ। ਇਹ ਆਪਾਂ ਨੂੰ ਸੁਪਨੇ ਦੇਖੋ ਵੀ ਕੀ ਤੁਹਾਡਾ ਕੀ ਸੁਪਨਾ ਹੈਗਾ ਜਿਹੜਾ ਹਾਲੇ ਤੱਕ ਪੂਰਾ ਨਹੀਂ ਹੋਇਆ? ਕਰ ਲੈਣਾ ਹੀ ਇੱਕ ਮਿੰਟ ਪੌਜ਼ ਕਰੋ। ਆਪਣੇ ਸੁਪਨੇ ਜਿਹੜੇ ਅਧੂਰੇ ਰਹਿ ਗਏ, ਕਿਹੜੇ ਕਿਹੜੇ ਸੁਪਨੇ ਆ ਵੀ ਆਪਣੇ ਪੂਰੇ ਨਹੀਂ ਹੋ ਸਕੇ ਨਾ। ਮੇਰਾ ਸੁਪਨਾ ਸੀਗਾ ਵੀ ਬਹੁਤ ਵਧੀਆ ਘਰ ਹੁੰਦਾ, ਇੱਕ ਮੇਰੇ ਬੱਚਿਆਂ ਦਾ ਸੁਪਨਾ ਹੈਗਾ ਵੀ ਸਾਡੇ ਕੋਲ ਵੱਡੀ ਗੱਡੀ ਹੁੰਦੀ 7 ਸੀਟਰ ਕਾਰ, ਜਿਹੜੇ ਲਗਜ਼ਰੀ ਕਾਰ ਕਹਿ ਲਓ ਤੁਸੀਂ। ਤੁਹਾਡਾ ਕੀ ਸੁਪਨਾ ਮੈਮ? ਹਾਂਜੀ ਸਰ, ਮੇਰਾ ਤਾਂ ਇਹ ਹੈ ਕਿ ਮੈਂ ਜਲਦੀ ਤੋਂ ਜਲਦੀ ਵਧੀਆ ਤੋਂ ਵਧੀਆ ਡਾਇਮੰਡ ਦੀ ਖੋਜ ਕਰਾਂ। ਇਨਕਮ कैसा देते हैं? ਹਾਂਜੀ इनकम गुड इनकम। ਮੇਰੀ ਲਾਈਨ 'ਚ ਬਹੁਤ ਅੱਛੇ ਡਾਇਮੰਡ ਆਨ। ਓਕੇ ਗੁੱਡ ਇਨਕਮ। ਵੈਰੀ ਗੁੱਡ। ਤੁਸੀਂ ਤੁਹਾਡਾ ਕੀ ਸੁਪਨਾ ਲੈ ਕੇ ਤੁਸੀਂ ਅੱਜ ਇੱਥੇ ਬੈਠੇ ਹੋ? ਕੋਈ ਸੁਪਨਾ ਹੋਊਗਾ ਤੁਹਾਡਾ ਵੀ ਮੈਂ ਜਦੋਂ ਮੈਨੂੰ ਇਨਕਮ ਆਉਣ ਲੱਗੀ ਮੈਂ ਕੀ ਕਰਨਾ, ਕਿੰਨੀ ਇਨਕਮ ਚਾਹੀਦੀ ਹੈ ਤੁਹਾਨੂੰ? ਗੁੱਡ ਇਨਕਮ ਤਾਂ ਸਰ ਚਾਹੀਦੀ ਹੁੰਦੀ ਹੈ। ਹਾਂਜੀ, ਐਟਲੀਸਟ ਕਿੰਨੀ ਕੁ ਨਾਲ ਤੁਸੀਂ ਖੁਸ਼ ਹੋ ਜਾਓ, ਕਿੰਨਾ ਕੁ ਤੁਹਾਡਾ ਸੁਪਨਾ ਹੈਗਾ ਵੀ ਇੰਨੀ ਐਕਸਟਰਾ ਆਉਣ ਲੱਗ ਜਾਵੇ? ਐਕਸਟਰਾ ਇਨਕਮ ਤਾਂ ਹਰ ਕੋਈ ਚਾਹੁੰਦਾ ਸਰ। ਹਾਂਜੀ, ਹੋਰ ਕੋਈ ਸੁਪਨਾ ਜਿਹੜਾ ਕੋਈ ਰਹਿ ਗਿਆ ਆਪਣਾ ਹੁਣ ਜਿਵੇਂ ਤੁਸੀਂ ਕਿਹਾ ਘਰ ਹਾਂਜੀ। ਗੱਡੀਆਂ ਤਾਂ ਹਰ ਕੋਈ ਚਾਹੁੰਦਾ ਹਰ ਹੈ, ਕੋਈ ਚਾਹੁੰਦਾ। ਸਕਸੈਸ ਹਰ ਕੋਈ ਚਾਹੁੰਦਾ ਹੈ। ਹਾਂਜੀ ਹਾਂਜੀ, ਚਲੋ ਇੱਕ ਆਪਣੇ ਕੋਲੇ ਤੁਸੀਂ ਕਿਸੇ ਨੇ ਨਹੀਂ ਕਿਹਾ ਵੀ ਮੇਰੇ ਕੋਲ ਖੁੱਲਾ ਟਾਈਮ ਹੋਵੇ ਆਪਣੀ ਫੈਮਿਲੀ ਲਈ ਟਾਈਮ, ਕਿਸੇ ਨੇ ਕਿਹਾ ਹਾਂਜੀ ਮੈਨੂੰ ਫੈਮਿਲੀ ਲਈ ਟਾਈਮ? ਉਹੀ ਹੈ ਨਾ ਕਿ ਸਰ ਹਰੇਕ ਨੂੰ ਹੁਣ ਕੰਮ ਵੀ ਹੁਣ ਘੱਟ ਹੋਵੇ ਤੇ ਖੁੱਲਾ ਟਾਈਮ ਵੀ ਹੋਵੇ ਅਗਲੇ ਕੋਲ, ਹਰ ਕੋਈ ਇਹੀ ਚਾਹੁੰਦਾ ਨਹੀਂ। ਫੈਮਿਲੀ ਲਈ ਟਾਈਮ। ਕਿਸੇ ਨੂੰ ਫੋਰਨ ਘੁੰਮਣ ਦਾ ਸ਼ੌਕ ਹੈਗਾ? ਹਾਂਜੀ ਮੈਨੂੰ ਤਾਂ ਉਹ ਵੀ ਫ੍ਰੀ ਹਾਂਜੀ ਹੈ? Yes. ਇੱਕ ਦੱਸਿਆ ਕਰਨੀ ਪਹਿਲਾਂ ਤੁਸੀਂ। Yes. ਬਸ ਸਾਰਾ ਦਿਨ ਤੁਹਾਡਾ ਫੋਰਨ ਟੂਰ। ਯੈਸ। ਚਲੋ ਸੁਪਨੇ ਹੋਰ ਬਹੁਤ ਹੁੰਦੇ ਆ, ਅਨਲਿਮਿਟਡ ਹੁੰਦੇ ਆ ਸੁਪਨੇ। ਇੱਕ ਪੂਰਾ ਹੋ ਜੂ ਅਗਲਾ ਸੁਪਨਾ ਜਨਰੇਟ ਹੋ ਜਾਂਦਾ। ਹੁਣ ਮੈਨੂੰ ਦੱਸੋ ਵੀ ਜਿਹੜੇ ਆ ਸੁਪਨੇ ਆ, ਜਿਹੜਾ ਤੁਸੀਂ ਹੁਣ ਕੰਮ ਕਰਦੇ ਹੋ, ਉਹ ਜੇ ਤੁਸੀਂ ਉਹੀ ਕੰਮ 10 ਸਾਲ ਹੋਰ ਕਰੀ ਜਾਓਗੇ ਤੁਹਾਡੇ ਸੁਪਨੇ ਪੂਰੇ ਹੋ ਜਾਣਗੇ? ਬਿਲਕੁਲ ਨਾਟ ਪੋਸੀਬਲ, ਨਾਟ ਨਹੀਂ ਪੋਸੀਬਲ। ਪੋਸੀਬਲ। ਕਿਉਂ ਨਹੀਂ ਹੋਣੇ? ਕਿਉਂਕਿ ਜਿਹੜੇ ਇਹ ਸੁਪਨੇ ਆ ਨਾ, ਇਹ ਸੁਪਨਿਆਂ ਦਾ ਸਰਕਲ ਆਪਣਾ ਬਹੁਤ ਵੱਡਾ, ਔਰ ਜੋ ਤੁਹਾਡੀ ਇਨਕਮ ਆ ਉਹ ਹੈਗਾ ਐਡੀ ਇਨਕਮ ਤੁਹਾਡੀ, ਹੈਨਾ? ਇਹ ਤੁਹਾਡੀ ਇਨਕਮ ਆ। ਜਿਹੜੀ ਆਪਣੀ ਇਹ ਇਨਕਮ ਆ, ਜੇ ਆਪਾਂ ਕਹਾਂਗੇ ਇਨਕਮ ਇੰਨੀ ਕੀ ਆ ਤੇ ਆਪਣੀ ਆਉਂਦੇ 10 ਸਾਲਾਂ ਤੱਕ ਵੀ ਇਨਕਮ ਇੰਨੀ ਕਰੂਗੀ ਤਾਂ ਫਿਰ ਆਪਣੇ ਇੰਨੇ ਹੀ ਸੁਪਨੇ ਪੂਰੇ ਹੋਣਗੇ, ਜਿਹੜਾ ਕਿ ਆਪਣੇ ਰੋਟੀ ਕੱਪੜਾ ਔਰ ਮਕਾਨ ਆਪਣਾ ਚੱਲੀ ਜਾਂਦਾ, ਹੈਨਾ? ਇੱਥੇ ਕਹਿੰਦੇ ਆ ਫੂਡ, ਕਲੋਥ, ਸ਼ੈਲਟਰ, ਜਿਹੜਾ ਕੰਮ ਵਧੀਆ ਚੱਲੀਦਾ ਆ ਇਹਨਾਂ ਸੁਪਨਿਆਂ ਤੋਂ ਬਿਨਾਂ, ਹੈਨਾ? ਜਿਹੜਾ ਬੰਦਾ ਕਹਿੰਦਾ ਸਰ ਉਹ ਪਿੱਛੇ ਇੰਟਰਪਟ ਹੋ ਰਿਹਾ, ਜਿਹੜਾ ਬੰਦਾ ਕਹਿੰਦਾ ਨਾ ਸਾਡਾ ਇੰਨੀ ਇਨਕਮ ਮੇਰੇ ਲਈ ਹੈਗੀ ਆ, ਮੈਂ ਬਹੁਤ ਐਫਰਟ ਕਰਕੇ ਦੇਖ ਲਿਆ, ਮੇਰੇ ਤੋਂ ਤਾਂ ਕੁਝ ਹੋਰ ਇਨਕਮ ਜਨਰੇਟ ਨਹੀਂ ਹੁੰਦੀ, ਮੈਂ ਤਾਂ ਇੱਥੇ ਤੱਕ ਹੀ ਖੁਸ਼ ਆ, ਹਨਾ? ਉਹਦੇ ਇੰਨੇ ਕੀ ਸੁਪਨੇ ਸਾਰੀ ਉਮਰ ਇੱਥੇ ਹੀ ਰਹੂਗਾ। ਇਹਨੂੰ ਕਹਿੰਦੇ ਆ ਲਾਈਫ ਆਫ ਕੰਪਰੋਮਾਈਜ਼। ਉਹਨੇ ਆਪਣੇ ਆਪ ਨਾਲ ਕੰਪਰੋਮਾਈਜ਼ ਕਰ ਲਿਆ ਵੀ ਮੈਂ ਤਾਂ ਜਿੰਨੀ ਮੇਰੀ ਇਨਕਮ ਹੈਗੀ ਆ ਠੀਕ ਆ, ਹਨਾ? ਮੈਂ ਆਪਣੀ ਇਨਕਮ ਨੂੰ ਵਧਾ ਤਾਂ ਸਕਿਆ ਨਹੀਂ, ਬਹੁਤ ਮਿਹਨਤ ਕਰਕੇ ਦੇਖ ਲਈ, ਮੈਨੂੰ ਜਿਹੜਾ ਮੇਰਾ ਖਾਣਾ ਪਾਣੀ ਮਿਲ ਜਾਂਦਾ ਮੈਨੂੰ ਇੰਨਾ ਕੀ ਬਹੁਤ ਆ। ਕਈ ਬੰਦੇ ਹੁੰਦੇ ਆ ਜਿਵੇਂ ਹੁਣ ਆਪਾਂ ਇੱਥੇ ਆਪਾਂ ਕਿਸੇ ਮੰਤਵ ਲਈ ਆਏ ਆ, ਆਪਾਂ ਕਿਉਂ ਆਏ ਆ ਵੀ ਆਪਣੀ ਇਨਕਮ ਵੱਧ ਜਾਵੇ। ਜੋ ਜੌਬ ਕਰਦਾ ਤਾਂ ਕਰੀ ਜਾਣੀ ਆਪਾਂ,
ਮੇਰੀ ਜੌਬ ਆ, ਮੈਂ ਐਗਰੀਕਲਚਰ ਇੰਸਪੈਕਟਰ ਜੌਬ ਕਰਦਾ, ਮੇਰੀ ਉਧਰ ਜੌਬ ਚੱਲੀ ਜਾਣੀ ਹੈ, ਮੈਨੂੰ ਉਧਰੋਂ ਪੇ ਆਈ ਜਾਣੀ ਹੈ ਨਾ, ਮੈਂ ਚਾਹੁੰਦਾ ਉਹ ਤੋਂ ਹੋਰ ਇਨਕਮ ਮੇਰੀ ਵਧੇ। ਫਿਰ ਆਪਾਂ ਕੀ ਕਰਦੇ ਆ, ਆਪਾਂ ਇਸ ਸਰਕਲ ਨੂੰ ਵੱਡਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਇਨਕਮ ਵਾਲਾ, ਵੀ ਇਹ ਸਰਕਲ ਨੂੰ ਵੱਡਾ ਹੋ ਜੇ ਤਾਂ ਕਿ ਜਿਹੜੀ ਤੁਹਾਡੀ ਇਨਕਮ ਵਾਲਾ ਸਰਕਲ ਆ ਉਹ ਤੁਹਾਡੇ ਸੁਪਨੇ ਦੇ ਸਰਕਲ ਦੇ ਬਰਾਬਰ ਦਾ ਹੋ ਜਾਵੇ। ਫਿਰ ਹੀ ਆਪਣੇ ਬਰਾਬਰ ਦਾ ਹੋਊਗਾ ਨਾ। ਜੇ ਆਪਣੀ ਇਨਕਮ ਵਧੂਗੀ, ਇਨਕਮ ਦਾ ਆ ਅੰਦਰਲਾ ਸਰਕਲ ਖਤਮ ਹੋ ਜਾਊਗਾ, ਵੱਡਾ ਇਨਕਮ ਹੋ ਜਾਊਗਾ ਨਾ। ਜਿਹੜੇ ਲੋਕ ਇਸ ਚੀਜ਼ ਨੂੰ ਲੈ ਕੇ ਚੱਲਦੇ ਆ ਵੀ ਆਪਣਾ ਇਨਕਮ ਦਾ ਸਰਕਲ ਵੱਡਾ ਕਰਨਾ, ਉਹ ਕਹਿੰਦੇ ਆ ਲਾਈਫ ਆਫ ਚੁਆਇਸ। ਉਹ ਆਪਣੀ ਚੁਆਇਸ ਦੀ ਜ਼ਿੰਦਗੀ ਜੀਣਾ ਚਾਹੁੰਦੇ ਆ। ਜਿੱਦਾਂ ਕਿ ਅੰਬਾਨੀ ਆ, ਅਡਾਨੀ ਆ ਜਾਂ ਟਾਟਾ, ਬਿਰਲਾ, ਜੋ ਵੀ ਆ ਵੱਡੇ ਵੱਡੇ ਲੀਡਰ ਆ ਨਾ, ਉਹ ਆਪਣੀ ਇਨਕਮ ਦੇ ਸਰਕਲ ਨੂੰ ਵਧਾ ਲੈਂਦੇ ਆ। ਫਿਰ ਆਪਾਂ ਗੱਲ ਕਰਦੇ ਹਾਂ ਇਨਕਮ ਦਾ ਸਰਕਲ ਕਿਵੇਂ ਵੱਧ ਸਕਦਾ ਆਪਣੇ। ਆਪਾਂ ਗੱਲ ਕਰ ਲਈ ਇਨਕਮ ਦਾ ਸਰਕਲ ਕਿਵੇਂ ਵੱਧ ਸਕਦਾ। ਹੁਣ ਮੈਨੂੰ ਇਹ ਦੱਸੋ ਵੀ ਸਮਾਨ ਵਰਤਦੇ ਆ ਹਨਾ, ਘਰ ਦੇ ਪ੍ਰੋਡਕਟ ਵਰਤਦੇ ਆ ਘਰੇ ਆਪਾਂ। ਮੰਨ ਲਓ ਮੈਂ ਆਹ ਪੈਨ ਯੂਜ਼ ਕਰਦਾ, ਜਾਂ ਆਹ ਮੈਂ ਇੱਕ ਡਸਟਰ ਆ ਇਹ ਯੂਜ਼ ਕਰਦਾ, ਜਾਂ ਮੈਂ ਬੋਰਡ ਯੂਜ਼ ਕੀਤਾ, ਜਾਂ ਸਟੈਂਡ ਯੂਜ਼ ਕੀਤਾ, ਜਾਂ ਆਪਾਂ ਗਲਾਸ ਯੂਜ਼ ਕਰਦੇ ਆ, ਕੌਲੀਆਂ ਗਲਾਸ, ਜੋ ਵੀ ਪ੍ਰੋਡਕਟ ਯੂਜ਼ ਕਰਦੇ ਆ ਆਪਾਂ ਕਿਤੇ ਨਾ ਕਿਤੇ ਖਰੀਦਦੇ ਆ ਹਨਾ। ਫੋਰ ਐਗਜ਼ਾਮਪਲ ਇੱਕ ਇੱਥੇ ਆ ਕੇ ਆਪਾਂ ਨੂੰ ਆਹ ਪੈਨ ਆਪਾਂ ਨੂੰ ਕਿੰਨੇ ਦਾ ਮਿਲਦਾ ਇੱਥੇ ਬਾਜ਼ਾਰ 'ਚ? 20-25 25 ਰੁਪਏ ਦਾ, 30 ਰੁਪਏ ਦਾ ਕਹਿ ਲਓ ਹਨਾ। ਮਤਲਬ ਆਪਾਂ 30 ਰੁਪਏ ਦੀ ਕੋਈ ਆਈਟਮ ਮਿਲਦੀ ਆ। ਜਦੋਂ ਇਹ ਫੈਕਟਰੀ 'ਚ ਬਣਦੀ ਆ, ਤੁਹਾਨੂੰ ਕੀ ਲੱਗਦਾ ਵੀ ਇਹ 30 ਰੁਪਏ ਦੀ ਬਣਦੀ ਹੋਊਗੀ? ਉੱਥੇ ਕਿੰਨੇ ਦੀ ਬਣਦੀ ਹੋਊਗੀ? 5-7 ਰੁਪਏ ਦੀ ਬਣਦੀ ਹੋਊਗੀ ਮਸਾਂ ਹਨਾ, 5 ਰੁਪਏ। ਜਦੋਂ ਆ ਕੰਜ਼ਿਊਮਰ ਆ ਫੈਕਟਰੀ ਆ, ਜਦੋਂ ਫੈਕਟਰੀ ਤੋਂ ਲੈ ਕੇ ਕੰਜ਼ਿਊਮਰ ਤੱਕ ਜਾਂਦੀ ਆ ਕੋਈ ਵੀ ਚੀਜ਼, ਇਹ ਤੇ ਕਿੰਨਾ ਕੁਛ ਕਿਤੇ ਖਰਚੇ ਆਉਂਦੇ ਆ। ਕੋਈ ਹੋਲਸੇਲਰ ਹੁੰਦਾ, ਕੋਈ ਰਿਟੇਲਰ ਹੁੰਦਾ ਹਨਾ। ਸਭ ਤੋਂ ਪਹਿਲਾਂ ਤਾਂ ਜਿਹੜਾ ਸੀਐਨਐਫ ਜਿਹੜਾ ਇਕੱਠਾ ਸਮਾਨ ਚੱਕ ਲੈਂਦਾ ਫੈਕਟਰੀ ਤੋਂ ਹਨਾ। ਉਸ ਤੋਂ ਬਾਅਦ ਐਡ ਏਜੰਸੀ ਬੈਠੀ ਨੇ, ਕੋਈ ਨਾ ਕੋਈ ਐਡ ਏਜੰਸੀ। ਜਿਵੇਂ ਕਿਸੇ ਨੇ ਤੁਹਾਡੇ, ਜਦੋਂ ਆਪਾਂ ਇੰਟਰਨੈਟ ਤੇ ਦੇਖੀਏ, ਟੀਵੀ ਤੇ ਦੇਖੀਏ, ਕੋਈ ਨਾ ਕੋਈ ਐਡ ਆਉਂਦੀ ਹੈ, ਜਿਵੇਂ ਲੇਬਲ ਦੀ ਐਡ ਆਉਂਦੀ ਹੈ ਨਾ, ਜਾਂ ਕੋਈ ਵਾਸ਼ਿੰਗ ਮਸ਼ੀਨ ਦੀ ਐਡ ਆਉਂਦੀ ਹੈ, ਹਰ ਇੱਕ ਚੀਜ਼ ਦੀ ਐਡ ਆਉਂਦੀ ਆ, ਮੋਟਰਸਾਈਕਲ ਦੀ ਐਡ ਆਉਂਦੀ ਆ, ਐਡ ਏਜੰਸੀ ਬੈਠੀ ਹੁੰਦੀ ਆ। ਕੁਛ ਨਾ ਕੁਛ ਇਹਨਾਂ ਦੇ ਵਿੱਚੋਂ ਲੈ ਲੈਣਾ ਨਾ, ਥੋੜਾ ਵਿੱਚੋਂ ਪਾਰਟ ਸੀਐਨਐਫ ਨੇ ਲੈ ਲਿਆ। ਜਿਹੜਾ 5 ਰੁਪਏ ਦਾ ਸੀਗਾ, ਸੀਐਨਐਫ ਕੋਲ ਜਾ ਕੇ 7 ਰੁਪਏ ਦਾ ਹੋ ਗਿਆ ਹਨਾ। ਜਿਹੜਾ ਐਡ ਏਜੰਸੀ ਕੋਲ ਜਾ ਕੇ 15 ਰੁਪਏ ਦਾ ਹੋ ਗਿਆ। ਫਿਰ ਇੱਥੇ ਹੋਲਸੇਲਰ ਬੈਠਾ ਹੁੰਦਾ, ਹੋਲਸੇਲਰ ਨੇ ਵੀ ਆਪਣੇ ਇਹ 5 ਰੁਪਏ ਦਾ 7 ਰੁਪਏ, ਇੱਥੇ 15 ਦਾ, ਹੋਲਸੇਲਰ ਕੋਲ ਜਾ ਕੇ 20 ਰੁਪਏ ਦਾ ਹੋ ਗਿਆ ਪੈਨ। ਇਹ ਜਦੋਂ ਰਿਟੇਲਰ ਕੋਲ ਜਾਂਦਾ, ਰਿਟੇਲਰ ਜਿਹੜਾ ਜਿੱਦਾਂ ਰਿਟੇਲਰ ਕੋਲ ਜਾ ਕੇ 30 ਰੁਪਏ ਦਾ ਆਪਾਂ ਨੂੰ ਮਿਲ ਜਾਂਦਾ। ਕੁਝ ਪੈਸੇ ਇਹਨੇ ਕਮਾ ਲਏ, 10 ਰੁਪਏ 10-15 ਰੁਪਏ ਇਹਨੇ ਕਮਾ ਲਏ, 10 ਰੁਪਏ ਇਹਨੇ ਕਰਾ ਲਏ, 2-4 ਰੁਪਏ ਇਹਨੇ ਕਰਾ ਲਏ ਹਨਾ। ਕਮਾ ਕੇ ਇਸੇ ਕਰਕੇ ਇਹ ਆਪਾਂ ਨੂੰ ਕਾਸਟ 30 ਰੁਪਏ ਦੀ ਪੈਂਦੀ ਹੈ ਹਨਾ। ਆਪਾਂ ਵਿੱਚ ਰਿਟੇਲਰ ਨੂੰ ਅਮੀਰ ਕਰੀ ਜਾਂਦੇ ਆ, ਵਿੱਚ ਹੋਲਸੇਲਰ ਨੂੰ ਅਮੀਰ ਕਰੀ ਜਾਂਦੇ ਆ, ਵਿੱਚ ਐਡ ਏਜੰਸੀ ਨੂੰ ਵੀ ਆਪਾਂ ਅਮੀਰ ਕਰਦੇ ਆ। ਜੇ ਆਪਾਂ ਟੀਵੀ ਨਾਲ ਦੇਖਾਂਗੇ, ਅਮਿਤਾਭ ਬੱਚਨ ਦੀ ਕੋਈ ਐਡ ਆਊਗੀ ਟੀਵੀ ਤੇ? ਕੋਈ ਐਡ ਨਹੀਂ ਆਉਣੀ, ਕਿਸੇ ਨੇ ਉਹਨੂੰ ਐਡ ਹੀ ਨਹੀਂ ਦੇਣੀ ਟੀਵੀ ਨੂੰ ਹਨਾ, ਕਿਉਂਕਿ ਕੋਈ ਦੇਖ ਹੀ ਨਹੀਂ ਰਿਹਾ ਉਹਨੂੰ। ਇਸ ਕਰਕੇ ਅਮਿਤਾਭ ਬੱਚਨ ਨੂੰ ਨਹੀਂ ਪੈਸੇ ਜਾਣੇ, ਸੀਐਨਐਫ ਨੂੰ ਨਹੀਂ ਪੈਸੇ ਜਾਣੇ। ਹੁਣ ਮੈਨੂੰ ਦੱਸੋ ਵੀ ਜੇ ਆਪਾਂ ਆਹੀ ਚੀਜ਼ ਆਪਾਂ ਨੂੰ ਸਿੱਧੀ 5 ਰੁਪਏ ਤੋਂ ਸ਼ੁਰੂ ਹੋ ਕੇ ਆਪਾਂ ਨੂੰ ਸਿੱਧੀ ਇੱਥੇ 30 ਦੀ ਬਜਾਏ ਆਪਾਂ ਨੂੰ ਜਿਹੜੇ ਆ ਵਿੱਚ ਵਾਲੇ ਪੈਸੇ ਆ 25 ਰੁਪਏ, ਇਹ ਸਿੱਧੇ ਆਪਣੇ ਖਾਤੇ 'ਚ ਆਇਆ ਚੀਜ਼ ਆਪਾਂ ਨੂੰ 5 ਰੁਪਏ ਦੀ ਮਿਲੂਗੀ। ਹਾਂ 5 ਰੁਪਏ ਦੀ ਮਿਲੂਗੀ। ਇਹ ਕਿਵੇਂ ਮਿਲਦੀ ਆ? ਜੇ ਆਪਾਂ ਸਿੱਧਾ ਫੈਕਟਰੀ ਨਾਲ ਕੰਟੈਕਟ ਕਰਾਂਗੇ, ਸਿੱਧਾ ਫੈਕਟਰੀ ਨਾਲ। ਫੋਰ ਐਗਜ਼ਾਮਪਲ ਆਨਲਾਈਨ ਜਿੱਦਾਂ ਆਪਾਂ ਲੈਂਦੇ ਆ, ਅੱਜ ਕੱਲ ਲੋਕ ਕੀ ਕਰਦੇ ਆ, ਸ਼ੋਰੂਮ ਜਾਂਦੇ ਆ, ਸਾਈਜ਼ ਚੈੱਕ ਕਰਦੇ ਆ, ਕਲਰ ਚੈੱਕ ਕਰਦੇ ਆ। ਆਨਲਾਈਨ ਤੁਸੀਂ ਉਹ ਸਿੱਧੇ ਕੰਪਨੀ ਨੂੰ ਆਰਡਰ ਕਰ ਦਿੰਦੇ ਆ ਨਾ, Amazon ਤੇ ਆਰਡਰ ਕਰ ਦਿੰਦੇ ਆ, Amazon ਤੇ ਆਰਡਰ ਕਰ, ਹੋਰ ਕਈ ਸ਼ਾਪਿੰਗ ਸਾਈਟਸ ਆ ਜਿੱਥੇ ਆਰਡਰ ਕਰ ਦਿੰਦੇ ਆ। ਉਹ ਚੀਜ਼ ਤੁਹਾਨੂੰ ਕੀ ਆ 5 ਰੁਪਏ ਦੀ ਨਾਮ ਲਾ ਕੇ ਤੁਹਾਨੂੰ ਇੱਥੇ 10 ਰੁਪਏ ਦੀ ਜੇ ਮਿਲ ਜਾਵੇ, 10 ਰੁਪਏ ਦੀ ਮਿਲ ਜਾਵੇ, ਫਿਰ ਵੀ ਆਪਾਂ ਨੂੰ 20 ਰੁਪਏ ਦਾ ਫਾਇਦਾ ਹੋ ਜਾਂਦਾ ਨਾ ਜਦੋਂ ਆਪਾਂ Amazon ਤੋਂ ਲੈਂਦੇ ਜਾਂ ਕਿਸੇ ਹੋਰ ਤੋਂ ਲੈਂਦੇ ਆ, ਕਿਉਂਕਿ Amazon ਨੇ ਵੀ ਆਪਣੇ 5-10 ਰੁਪਏ ਲੈਣੇ ਆ ਵਿੱਚੋਂ। ਹੁਣ ਮੈਨੂੰ ਦੱਸੋ ਵੀ ਜੇ ਆਹੀ ਆਪਣੇ ਖਾਤੇ 'ਚ ਆਏ ਨੇ ਪੈਸੇ, ਆਪਾਂ Amazon ਤੋਂ ਨਾ ਲੈ ਕੇ ਆਪਾਂ ਆਪਣੀ ਕੰਪਨੀ ਤੋਂ ਲਈਏ, ਜਿਹੜੀ ਕੰਪਨੀ ਨਾਲ ਆਪਾਂ ਜੁੜੇ ਹੋਏ ਆ, ਉਹ ਕੀ ਆ 5 ਤੋਂ ਲੈ ਕੇ 30 ਦੇ ਵਿੱਚ ਫਰਕ ਸੀਗਾ 25 ਰੁਪਏ ਦਾ,
ਇਹ 25 ਰੁਪਏ ਦਾ ਵੀ ਇਹ ਤੁਹਾਡੇ ਖਾਤੇ 'ਚ ਆਇਆ ਸਿੱਧੇ ਕਿਸੇ ਨਾ ਕਿਸੇ ਰੂਪ 'ਚ ਹੌਲੀ ਹੌਲੀ ਜਿਵੇਂ ਟਾਈਮ ਟੂ ਟਾਈਮ ਤੁਸੀਂ ਗਰੋ ਕਰੀ ਜਾਓਗੇ ਉਹ ਟਾਈਮ ਟੂ ਟਾਈਮ ਇਹ 25 ਰੁਪਏ ਤੁਹਾਡੇ ਖਾਤੇ 'ਚ ਆਉਣੇ ਸ਼ੁਰੂ ਹੋ ਜਾਣੇ। ਤੁਹਾਡੇ ਕੋਲ ਐਗਜ਼ਾਮਪਲਾਂ ਤੁਹਾਡੇ ਸਾਹਮਣੇ ਆ, ਮੈਨੂੰ ਆਉਂਦੇ ਆ ਪੈਸੇ, ਮੈਂ ਜਦੋਂ ਸ਼ਾਪਿੰਗ ਕਰਦਾ ਮੈਨੂੰ ਜਿਹੜੇ ਪੈਸੇ ਮੈਨੂੰ ਆਉਣੇ ਚਾਹੀਦੇ ਮੇਰੇ ਅਕਾਊਂਟ 'ਚ ਜੋ ਮੇਰਾ ਲੈਵਲ ਆ ਮੈਨੂੰ ਆਉਂਦੇ ਆ। ਆਪਣੇ ਸੀਨੀਅਰ ਖੜਿਆ ਡਾਕਟਰ ਵਰਮਾ ਅਪਲਾਈਨ ਜਿੰਨੇ ਇਹਨਾਂ ਦਾ ਲੈਵਲ ਆ ਉਸ ਹਿਸਾਬ ਨਾਲ ਇਹਨਾਂ 'ਚ ਕੁਝ % ਰਹਿ ਜਾਂਦਾ, ਬਾਕੀ ਆਉਂਦਾ ਨਾ ਇਹਨਾਂ ਦੇ ਖਾਤੇ 'ਚ, ਕਿਉਂਕਿ ਆਪਾਂ ਬਿਜ਼ਨਸ ਕਰ ਰਹੇ ਆ। ਹੁਣ ਤੁਸੀਂ ਦੱਸੋ ਵੀ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਤੁਹਾਨੂੰ ਪਤਾ ਕੌਣ? ਕਿਸੇ ਨੂੰ ਪਤਾ? ਜੈਫ ਬੇਜ਼ੋਸ। ਗੂਗਲ ਕਰਕੇ ਦੇਖੋ ਸਾਰਿਆਂ ਨੇ ਘਰੇ ਜਾ ਕੇ ਜੈਫ ਬੇਜ਼ੋਸ ਇਹ ਕੌਣ ਆ ਜੀ? ਕਿਸੇ ਨੂੰ ਨਹੀਂ ਪਤਾ ਨਾ। ਜਿਹੜੇ ਨਵੇਂ ਬੰਦੇ ਆ ਉਹਨਾਂ ਨੂੰ ਨਹੀਂ ਪਤਾ, ਜਿਹੜੇ ਪੁਰਾਣੇ ਉਹਨਾਂ ਦਾ ਪਤਾ, ਡਿਸਕਸ ਕਰਦੇ ਰਹਿੰਦੇ ਆ। ਜੈਫ ਬੇਜ਼ੋਸ ਹੈਗਾ Amazon ਦਾ ਮਾਲਿਕ, ਜਿਹਨੇ ਕਿ ਕੋਈ ਇਹਦਾ ਸ਼ਾਪਿੰਗ ਸੈਂਟਰ ਨਹੀਂ ਹੈਗਾ, ਕੋਈ ਇਹਦੀ ਮੈਨੂਫੈਕਚਰਿੰਗ ਫਰਮ ਨਹੀਂ ਹੈਗੀ, ਕੋਈ ਕਿਸੇ ਤਰ੍ਹਾਂ ਦਾ ਇਹ ਆਪ ਤਿਆਰ ਨਹੀਂ ਕਰਦਾ ਸਮਾਨ। ਇਹ ਕੀ ਕਰਦਾ? ਫੈਕਟਰੀ ਤੋਂ ਲੈ ਲੈਂਦਾ, ਕਸਟਮਰ ਨੂੰ ਦੇ ਦਿੰਦਾ ਸਿੱਧਾ। ਜਿਹੜੇ ਇਹਨੂੰ 10 ਰੁਪਏ ਬਚਦੇ ਆ, ਇਹਦੀ ਕਰਕੇ ਇਹ ਜੈਫ ਬੇਜ਼ੋਸ ਅਮੀਰ ਆ। ਕਿਸੇ ਨੇ ਕੋਈ ਦੁਕਾਨ ਦੇਖੀ ਹੈ ਜੈਫ ਬੇਜ਼ੋਸ ਦੀ? Amazon ਦੀ ਕੋਈ ਦੁਕਾਨ ਦੇਖੀ ਆ? ਕਿਸੇ ਨੇ ਕੋਈ ਫੈਕਟਰੀ ਦੇਖੀ ਹੈ Amazon ਦੀ? ਕੋਈ ਸੁਣਿਆ ਫੈਕਟਰੀ ਬਾਰੇ? ਕੋਈ ਫੈਕਟਰੀ ਨਹੀਂ ਹੈਗੀ ਇਹਦੀ। ਇਹ ਸਿਰਫ ਆਨਲਾਈਨ ਬਿਜ਼ਨਸ ਕਰਦਾ। ਹੁਣ ਜੇ ਆਹੀ ਆਨਲਾਈਨ ਬਿਜ਼ਨਸ ਆਪਾਂ ਕਰ ਲਈਏ, ਆਪਾਂ ਹੋ ਸਕਦਾ ਹੈ ਆਪਾਂ ਕਿਸੇ ਦਿਨ ਜੈਫ ਬੇਜ਼ੋਸ ਬਣ ਕੇ ਆਪਣੇ ਕੋਲ ਪੈਸਾ ਇੰਨਾ ਆਉਣ ਲੱਗ ਜਾਵੇ, ਹੋ ਸਕਦਾ ਹੈ, ਕਿਉਂਕਿ ਉਹਨੇ ਵੀ ਕਿਸੇ ਦਿਨ ਜ਼ੀਰੋ ਤੋਂ ਸ਼ੁਰੂ ਕੀਤਾ ਸੀ। ਇਹ ਨਹੀਂ ਵੀ ਉਹ ਜਿੱਦਣ ਉਹਨੇ ਸ਼ੁਰੂ ਕੀਤਾ ਉਦੋਂ ਹੀ ਉਹਨੂੰ ਇੰਨੇ ਅਮੀਰ ਬਣਾਤਾ। ਜ਼ੀਰੋ ਤੋਂ ਸ਼ੁਰੂ ਕਰਨਾ ਪੈਂਦਾ ਹਰ ਇੱਕ ਨੂੰ। ਜ਼ੀਰੋ ਆਈ ਨੇ ਵੀ ਜ਼ੀਰੋ ਤੋਂ ਸ਼ੁਰੂ ਕੀਤਾ ਸੀ। ਬਿਲਕੁਲ ਜ਼ੀਰੋ ਤੋਂ ਸ਼ੁਰੂ ਕਰਨਾ ਪੈਂਦਾ। ਹੁਣ ਮੈਨੂੰ ਇੱਕ ਚਲੋ ਇਹ ਹੋ ਗਿਆ ਵੀ ਆਪਾਂ ਅਮੀਰ ਕਿਵੇਂ ਬਣ ਸਕਦੇ ਹਾਂ, ਦੁਨੀਆ ਕਿਵੇਂ ਅਮੀਰ ਹੁੰਦੀ ਆ ਪ੍ਰੋਡਕਟ ਦੇ ਬੇਸ ਤੇ। ਹੁਣ ਆਪਾਂ ਦੇਖਦੇ ਹਾਂ ਵੀ ਅਮੀਰ ਔਰ ਗਰੀਬ ਵਿੱਚ ਫਰਕ ਕੀ ਆ, ਕਿਵੇਂ ਅਮੀਰ ਬਣਿਆ ਜਾ ਸਕਦਾ ਨਾ। ਇੱਕ ਰਿਸਰਚ ਹੋਈ ਆ ਵੀ ਦੁਨੀਆ ਵਿੱਚ ਜਿਹੜੇ ਪੈਸਾ ਕਮਾਉਣ ਦਾ ਸਾਧਨ ਆ ਉਹ 4 ਤਰੀਕਿਆਂ ਨਾਲ ਪੈਸਾ ਕਮਾਇਆ ਜਾ ਸਕਦਾ। 4 ਤਰੀਕਿਆਂ ਨਾਲ ਪੈਸਾ ਕਮਾਇਆ ਜਾ ਸਕਦਾ। ਸਭ ਤੋਂ ਪਹਿਲਾਂ ਤਾਂ ਆ ਜਾਂਦੇ ਆ EMPLOYEES, ਜਿਵੇਂ ਕਿ ਮੈਂ EMPLOYE ਆ, ਡਾਕਟਰ ਸਾਹਿਬ ਵੀ EMPLOYE ਆ, ਤੁਸੀਂ ਵੀ ਇੱਥੇ EMPLOYE ਹੋ, ਤੁਸੀਂ ਵੀ EMPLOYE ਹੋ ਇੱਥੇ ਨਾ, ਤੁਸੀਂ ਹਾਊਸਵਾਈਫ ਹੋ ਨਾ, ਤੁਸੀਂ ਵੀ ਮੈਂ EMPLOYE ਹੋ ਨਾ, ਸਾਰੇ EMPLOYE ਆ ਆਪਾਂ। ਇਹ ਹਾਈਲੀ ਸਕਿਲਡ ਪਰਸਨ ਹੁੰਦੇ ਆ। ਮੇਰੀ BSc ਐਗਰੀਕਲਚਰ ਕੀਤੀ ਆ, ਮੈਨੂੰ ਤਾਂ ਗਵਰਨਮੈਂਟ ਨੇ ਜੌਬ ਦਿੱਤੀ ਐਗਰੀਕਲਚਰ ਡਿਪਾਰਟਮੈਂਟ 'ਚ। ਤੁਸੀਂ ਆਪਣੇ ਜਿਹੜੀ ਕੁਕਿੰਗ ਕਰਦੇ ਹੋ ਉਹ 'ਚ ਮਾਹਰ ਹੋ, ਤੁਹਾਨੂੰ ਤਾਂ ਇੱਥੇ ਐਜ਼ ਅ ਕੁੱਕ ਰੱਖਿਆ ਇਹਨਾਂ ਨੇ ਨਾ। ਤੁਸੀਂ ਆਪਦੀ ਕੁਆਲੀਫਿਕੇਸ਼ਨ ਦਿਖਾਈ ਇਹਨਾਂ ਨੂੰ ਹਸਪੀਟਲ 'ਚ, ਆਪਣੇ ਕਾਲਜ 'ਚ, ਤਾਂ ਉਹਨਾਂ ਨੇ ਤੁਹਾਨੂੰ ਉਸ ਲੈਵਲ ਦੀ ਜੌਬ ਦਿੱਤੀ। ਤੁਸੀਂ ਕੋਈ ਕੁਆਲੀਫਿਕੇਸ਼ਨ ਕੀਤੀ ਇਹਨਾਂ ਨੂੰ ਤਾਂ ਤੁਹਾਨੂੰ ਐਜ਼ ਅ ਟੀਚਰ ਇਹਨਾਂ ਨੇ ਜੌਬ ਦਿੱਤੀ। ਇਹ ਸਾਰੇ ਹਾਈਲੀ ਸਕਿਲਡ ਹੁੰਦੇ ਆ, ਹਾਈਲੀ ਸਕਿਲਡ ਪਰਸਨ। ਅੱਛਾ ਜੀ, ਦੂਸਰੀ ਗੱਲ, ਇਹਨਾਂ ਨੇ ਟਾਈਮ ਟੂ ਟਾਈਮ ਆਪਣੀ ਜੌਬ ਤੇ ਜਾਣਾ ਜ਼ਰੂਰੀ ਹੁੰਦਾ। ਤੁਹਾਡੀ ਵੀ ਡਿਊਟੀ 9 to 5 ਹੋਊਗੀ, ਤੁਹਾਡੀ ਡਿਊਟੀ ਵੀ ਕੋਈ ਸਮਾਂ ਹੋਊਗਾ, ਤੁਹਾਡਾ ਡਿਊਟੀ ਕੋਈ ਫਿਕਸ ਟਾਈਮ ਹੋਊਗਾ। ਮੇਰਾ ਫਿਕਸ ਟਾਈਮ ਹੈਗਾ ਵੀ ਹਨਾ 9 to 5 ਫਿਕਸਡ ਆਵਰਸ ਹੁੰਦੇ ਬੰਦੇ। ਜਦੋਂ ਸਾਰਾ ਦੇ ਫਿਕਸਡ ਆਵਰਸ ਆ ਤਾਂ ਜਿਹੜੀ ਤੁਹਾਡੀ ਇਨਕਮ ਹੋਊਗੀ ਮੰਥਲੀ ਉਹ ਵੀ ਫਿਕਸਡ ਹੁੰਦੀ ਹੈ। ਤੁਹਾਨੂੰ ਬਾਅਦ ਵਿੱਚ ਪਤਾ ਵੀ ਤੁਹਾਨੂੰ ਤੁਹਾਡੀ, ਮੈਨੂੰ ਪਤਾ ਮੇਰੀ ਇੰਨੀ ਮਹੀਨੇ ਬਾਅਦ ਸੈਲਰੀ ਆ ਜਾਣੀ ਮੇਰੇ ਅਕਾਊਂਟ 'ਚ, ਤੁਹਾਨੂੰ ਪਤਾ ਵੀ ਤੁਹਾਡੀ ਸੈਲਰੀ ਆ ਜਾਣੀ ਹੈ ਨਾ, ਤੁਹਾਨੂੰ ਪਤਾ ਸੈਲਰੀ, ਸਾਰਿਆਂ ਨੂੰ ਪਤਾ ਫਿਕਸ ਸੈਲਰੀ ਹੁੰਦੀ ਹੈ, ਨਾ ਆਪਾਂ ਨੂੰ ਵੱਧ ਆਉਂਦੀ ਹੈ ਨਾ ਘੱਟ ਆਉਂਦੀ ਹੈ। ਵੱਧ ਤਾਂ ਕੀ ਹੋਣਾ, ਘੱਟ ਨਹੀਂ ਕਦੇ ਆਈ ਹੈ ਨਾ, ਫਿਕਸ ਸੈਲਰੀ ਹੁੰਦੀ ਹੈ। ਇਹ ਹੋ ਗਿਆ ਜੀ EMPLOYEES ਵਾਲਾ ਨਾ। ਹੁਣ ਜਿਹੜੇ ਇੱਕ ਹੋਰ ਹੁੰਦੇ ਆ ਇਸ ਲਾਈਨ ਤੋਂ ਇਧਰਲੇ ਪਾਸੇ ਸੈਲਫ EMPLOYED। ਸੈਲਫ EMPLOYED ਜਿਹੜੇ ਸੈਲਫ EMPLOYEE ਹੁੰਦੇ ਆ ਉਹਨਾਂ ਦਾ ਆਪਣਾ ਬਿਜ਼ਨਸ ਹੁੰਦਾ ਔਰ ਉਹਦੇ ਕੋਲ 40-50 ਵਰਕਰ ਵੀ ਕੰਮ ਕਰ ਦਿੰਦੇ ਆ। ਜਿੱਦਾਂ ਕਿ ਕਹਿ ਲਓ ਵੀ ਆਪਣੇ ਇੱਥੇ ਡਾਕਟਰ ਮਧੂ ਆ, ਉਹਨਾਂ ਨੇ ਹਸਪੀਟਲ ਤੇ ਇਨਵੈਸਟ ਕੀਤਾ, ਉਹ ਕਿਸੇ ਕੋਲ ਜੌਬ ਤਾਂ ਨਹੀਂ ਕਰਦੇ ਨਾ, ਉਹ ਮਤਲਬ ਬਿਜ਼ਨਸਮੈਨ ਆ ਗਿਆ, ਉਹ ਆਪਣਾ ਬਿਜ਼ਨਸ ਕਰਦੇ ਆ। ਸੈਲਫ EMPLOYED ਕੀ ਆ, ਇਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਇਹਨਾਂ ਕੋਲੇ ਮਨੀ ਇਨਵੈਸਟ ਕਰਨੀ ਪਏਗੀ ਇਹਨਾਂ ਨੂੰ ਹਨਾ। ਫਿਰ ਇਹਨਾਂ ਦਾ ਕੀ ਆ ਵੀ ਜਿੱਦਣ ਇਹ ਕੰਮ ਤੇ ਜਾਣਗੇ, ਜਿੱਦਣ ਮਧੂ ਹਸਪੀਟਲ ਖੁੱਲੂਗਾ ਉਦੋਂ ਮੈਡਮ ਨੂੰ ਪੈਸੇ ਆਉਣਗੇ, ਜਦੋਂ ਮਧੂ ਹਸਪੀਟਲ ਬੰਦ ਹੋਊਗਾ ਉਦੋਂ ਪੈਸੇ ਨਹੀਂ ਆਉਣਗੇ। ਇਹ ਸਾਰੇ ਸ਼ੋਰ ਆ ਨਾ, ਨਾਟ ਫਿਕਸਡ ਇਨਕਮ। ਇਹ ਵੀ ਹਾਈਲੀ ਸਕਿਲਡ ਹੁੰਦੇ ਆ। ਮੈਡਮ ਨੂੰ ਪਤਾ ਵੀ ਆਪਰੇਸ਼ਨ ਕਿਵੇਂ ਕਰਨਾ, ਇੱਕ ਐਗਜ਼ਾਮਪਲ ਲੈ ਕੇ ਚੱਲੇ ਆ ਪਤਾ, ਮੈਡਮ ਨੂੰ ਪਤਾ ਵੀ ਆਪਰੇਸ਼ਨ ਕਿਵੇਂ ਕਰਨਾ ਹਨਾ, ਕਿੱਦਾਂ ਸਾਰਾ ਕੁਝ ਕਰਨਾ ਹਸਪੀਟਲ ਦਾ, ਉਹਨਾਂ ਨੂੰ ਪਤਾ, ਹਾਈਲੀ ਕੁਆਲੀਫਾਈਡ।
ਇਹ ਹੋ ਗਈ ਜੀ ਸੈਲਫ ਇੰਪਲਾਈ ਤੇ ਇੰਪਲਾਈਜ਼। ਹੁਣ ਆਪਾਂ ਇਧਰਲਾ ਕਾਲਮ ਦੇਖ ਲੈਂਦੇ ਹਾਂ। ਆਪਣੇ ਕੋਲ ਇੱਧਰ ਆ ਗਏ ਜੀ ਬਿਜ਼ਨਸਮੈਨ। ਹੁਣ ਮੈਨੂੰ ਦੱਸੋ ਬਿਜ਼ਨਸਮੈਨ ਜਿਹੜੇ ਹੁੰਦੇ ਆ ਉਹ ਹਾਈਲੀ ਸਕਿਲਡ ਹੁੰਦੇ ਆ? ਕੋਈ ਦੇਖਿਆ ਵੀ ਜਿਹੜਾ ਬਿਜ਼ਨਸਮੈਨ ਆ ਵੀ ਉਹ ਬਹੁਤ ਤਕੜਾ ਪੜ੍ਹਿਆ ਲਿਖਿਆ? ਅਨਪੜ੍ਹ ਬੰਦਾ ਬਿਜ਼ਨਸ ਨਹੀਂ ਕਰ ਸਕਦਾ, ਨਹੀਂ ਕਰ ਸਕਦਾ ਨਾ। ਹੁਣ ਧੀਰੂ ਭਾਈ ਅੰਬਾਨੀ ਜਿਵੇਂ ਕਿਹਾ ਸੀਗਾ ਪੈਟਰੋਲ ਪੰਪ ਤੇ ਕੰਮ ਕਰਦੇ ਸੀ ਹਨਾ, ਐਂ ਸੀ ਨਾ। ਉਹਨਾਂ ਕੋਲੇ ਕੋਈ ਸਕਿੱਲ ਨਹੀਂ ਹੁੰਦਾ ਆਪਣਾ, ਸਿਰਫ ਇੱਕ ਵਾਰੀ ਉਹਨਾਂ ਨੇ ਜੌਬ ਕੰਮ ਸ਼ੁਰੂ ਕੀਤਾ, ਉਹਨਾਂ ਦਾ ਬਿਜ਼ਨਸ ਚੱਲ ਪਿਆ ਨਾ। ਹੁਣ ਆਪਣੇ ਸ਼ਹਿਰ ਦੇ ਬਿਜ਼ਨਸਮੈਨ ਮਲਹੋਤਰਾ ਜੀ, ਦੀਪ ਮਲਹੋਤਰਾ ਸੁਣਿਆ ਕਿਹਨੇ ਨਾਮ? MLA ਪੜ੍ਹੇ ਹੋਏ, MLA ਰਹਿ ਚੁੱਕਿਆ ਪਹਿਲਾਂ ਵੀ। ਉਹ ਸ਼ਰਾਬ ਦਾ ਕਾਰੋਬਾਰ ਕਰਦਾ। ਕਿੰਨੇ ਪੜ੍ਹੇ ਹੋਏ ਆ? 8-10 ਸ਼ਾਇਦ ਪੜ੍ਹੇ ਹੋਏ ਆ ਸ਼ਾਇਦ, ਮੈਨੂੰ ਨਹੀਂ ਪਤਾ ਐਗਜ਼ੈਕਟ, ਬਸ ਕੁਆਲੀਫਾਈਡ ਨਹੀਂ ਹੈਗੇ ਉਹ ਨਾ ਇੰਨੇ ਵੀ ਉਹਨਾਂ ਨੂੰ ਬਿਜ਼ਨਸ ਰਨ ਕਰਨ ਦੀ ਕੁਆਲੀਫਿਕੇਸ਼ਨ ਚਾਹੀਦੀ ਹੈ। ਫਿਰ ਟਾਟਾ ਬਿਰਲਾ ਹੋ ਗਿਆ, ਆਪਾਂ ਉਹਨਾਂ ਦੀ ਗੱਲ ਕਰੀਏ, ਰਿਲਾਇੰਸ ਅੰਬਾਨੀ ਵਾਲੇ ਹੋ ਗਏ ਨਾ। ਕੋਈ ਇਹਨਾਂ ਨੂੰ ਬਿਜ਼ਨਸ ਕਰਨ ਦੇ ਲਈ ਇਹਨਾਂ ਨੇ ਕੋਈ ਉਹ ਨਹੀਂ ਕੀਤਾ ਵੀ ਮੈਂ ਬਹੁਤ ਪੜ੍ਹਾਈ ਕੀਤੀ ਤਾਂ ਮੈਂ ਫੇਰ ਹੀ ਬਿਜ਼ਨਸ ਕਰ ਸਕਦਾ। ਨਾਟ ਹਾਈਲੀ ਸਕਿੱਲਡ। ਅੱਛਾ, ਦੂਜਾ ਆਪਾਂ ਗੱਲ ਕਰਦੇ ਸੀਗੇ ਫਿਕਸਡ ਆਵਰਸ ਦੀ, ਟਾਈਮ ਦੀ। ਕੀ ਇਹਨਾਂ ਦਾ ਟਾਈਮ ਫਿਕਸ ਹੁੰਦਾ ਜੀ? ਕੰਮ ਕਰਨ ਦਾ ਕੋਈ ਟਾਈਮ ਫਿਕਸ ਹੈਗਾ ਇਹਨਾਂ ਦਾ? ਨੋ। ਇੱਕ ਤੇ ਜਾਣ, ਜੇ ਮੰਨ ਲਓ ਹੁਣ ਆਪਣੇ ਦੀਪ ਮਲਹੋਤਰਾ ਸਾਹਿਬ ਆ ਨਾ, ਉਹ ਆਪਣੇ ਮਹੀਨਾ ਛੁੱਟੀਆਂ ਕੱਟਣ ਗੋਆ ਵੀ ਚਲੇ ਜਾਣ ਤਾਂ ਉਹਨਾਂ ਦਾ ਕਾਰੋਬਾਰ ਪਿੱਛੇ ਚੱਲਦਾ ਰਹੂਗਾ, ਐਂ ਹੁੰਦਾ ਨਾ। ਆਪਣੇ ਟਾਟਾ ਬਿਰਲਾ ਵਾਲੇ ਆ ਅੰਬਾਨੀ ਜੀ, ਜੇ ਉਹ ਅੰਬਾਨੀ 2 ਮਹੀਨੇ ਸ਼ਿਮਲੇ ਆਪਣੇ ਉੱਥੇ ਘੁੰਮਣ ਆ ਜਾਊਗਾ, ਇੱਥੇ ਆਪਣੇ ਉੱਥੇ ਰਹਿ ਪਊਗਾ, ਉੱਥੇ ਹੋਟਲ ਤੇ ਰਹਿ ਪਊਗਾ, ਕੀ ਉਹਦਾ ਬਿਜ਼ਨਸ ਅਫੈਕਟ ਹੋਊਗਾ? ਬਿਜ਼ਨਸ ਨਹੀਂ ਅਫੈਕਟ ਹੁੰਦਾ ਨਾ। ਇਸ ਕਰਕੇ ਟਾਈਮ ਨਾਟ ਫਿਕਸਡ। ਹੁਣ ਜੇ ਅੰਬਾਨੀ ਸਾਹਿਬ ਸ਼ਿਮਲੇ ਚਲੇ ਗਏ, ਉਹਨਾਂ ਦਾ ਟਾਈਮ ਤਾਂ ਨਹੀਂ ਫਿਕਸ ਹੈਗਾ, ਉਹਨਾਂ ਦੀ ਇਨਕਮ ਫਿਕਸ ਹੋ ਜਾਊ, ਇਹਨਾਂ ਫਰਕ ਪਊਗਾ ਇਨਕਮ ਤੇ? ਕਿਉਂਕਿ ਉਹਨਾਂ ਨੇ ਉੱਥੋਂ ਲੈਪਟਾਪ ਤੇ ਆਪਣਾ ਕੰਮ ਕਰੀ ਜਾਣਾ, ਫੋਨ ਤੇ ਕੰਮ ਕਰੀ ਜਾਣਾ। ਇਟ ਮੀਨਸ ਵੀ ਸੈਲਰੀ ਨਾਟ ਫਿਕਸ। ਚੌਥੇ ਨੰਬਰ ਤੇ ਆਪਣੇ ਕੋਲੇ ਆ ਗਏ ਜਿਹੜੇ ਇਨਵੈਸਟਰਸ ਹੁੰਦੇ ਆ। ਇਨਵੈਸਟਰ ਜਿਨ੍ਹਾਂ ਨੇ ਪੈਸਾ ਇਨਵੈਸਟ ਕਰਨਾ। ਫੋਰ ਐਗਜ਼ਾਮਪਲ ਕੋਈ ਬੰਦਾ ਆਇਆ ਬੰਬੇ ਤੋਂ, ਉਹਨੇ ਇੱਥੇ 50 ਏਕੜ ਜ਼ਮੀਨ ਲੈ ਲਈ, ਉਹਦੇ ਕੋਲ ਪੈਸੇ ਸੀਗੇ, ਉਹ ਜ਼ਮੀਨ ਲੈ ਲਈ। 10 ਮਹੀਨਿਆਂ ਬਾਅਦ ਜਾਂ 10 ਸਾਲਾਂ ਬਾਅਦ ਉਹ ਜਿਹੜੀ 50 ਏਕੜ ਦੀ ਜ਼ਮੀਨ ਸੀ 60 ਏਕੜ ਦੀ ਹੋ ਗਈ ਹਨਾ। 50 ਏਕੜ ਜ਼ਮੀਨ ਸੀ, ਮਤਲਬ 3 ਲੱਖ ਨੂੰ ਕਿੱਲਾ ਸੀਗਾ, 4 ਲੱਖ ਨੂੰ ਕਿੱਲਾ ਹੋ ਗਿਆ। ਉਹਨੇ ਆਪਦੀ 4 ਲੱਖ ਨੂੰ 1 ਲੱਖ ਕਿੱਲਾ ਹੈ, ਮਤਲਬ 1 ਏਕੜ ਦਾ 1 ਕਿੱਲਾ। ਕੋਈ ਬੰਦਾ ਜਾਂਦਾ ਉਤੇ ਘੋੜਿਆਂ ਦੀ ਰੇਸ ਤੇ ਪੈਸੇ ਲਾਦਾ, 2 ਕਰੋੜ ਜਿੱਤ ਗਿਆ ਤਾਂ ਵੀ ਜਿਹੜੀ ਕਹਿੰਦੀ ਤੁਸੀਂ ਮੇਰੇ ਨਾਲ ਜੌਬ ਜੁਆਇਨ ਕਰੋ, ਮੈਨੂੰ ਜੁਆਇਨ ਕਰੋ, ਮੈਂ ਤੁਹਾਡੇ ਸੁਪਨੇ ਪੂਰੇ ਕਰਾਂਗਾ। ਕੀ ਆ, ਆਪਾਂ ਕੰਪਨੀ ਦਾ ਨਾਮ ਲੈ ਕੇ ਪਹਿਲਾਂ ਤਾਂ ਕਲੈਪਿੰਗ ਕਰ ਸਕਦੇ ਆ ਵੀ ਕੰਪਨੀ ਦਾ ਨਾਮ ਹੈਗਾ MBA ਇੰਡੀਆ। ਵੈਰੀ ਗੁੱਡ। ਕੰਪਨੀ ਕੀ ਕਹਿੰਦੀ ਆ, ਤੁਸੀਂ ਮੇਰੇ ਨਾਲ ਜੁਆਇਨ ਕਰੋ, ਇੱਕ ਆਈਡੀ ਕ੍ਰੀਏਟ ਕਰ ਲਓ। ਜਿਵੇਂ ਆਈਡੀ ਆਪਾਂ ਗੱਲ ਕਰਦੇ Amazon ਤੇ, ਆਪਾਂ ਜਦੋਂ ਵੀ Amazon ਤੇ ਆਪਾਂ ਸ਼ਾਪਿੰਗ ਕਰਨੀ ਹੈ ਕਿ ਆਪਾਂ ਨੂੰ ਆਈਡੀ ਕ੍ਰੀਏਟ ਕਰਨੀ ਪੈਂਦੀ ਆ, ਪਾਸਵਰਡ ਵੀ ਕ੍ਰੀਏਟ ਕਰਨਾ ਪੈਂਦਾ ਨਾ। ਇੱਕ ਆਈਡੀ ਕ੍ਰੀਏਟ ਕਰੋ, ਮੈਂ ਤੁਹਾਨੂੰ ਅਮੀਰ ਬਣਾਉਂਗਾ। ਉਹ ਅਮੀਰ ਕਿਵੇਂ ਬਣਾਊਗਾ? ਉਹ ਜਦੋਂ ਤੁਸੀਂ ਆਈਡੀ ਤੁਹਾਡੀ ਕ੍ਰੀਏਟ ਹੋ ਗਈ, ਇੱਕ ਆਈਡੀ ਬਣ ਗਈ, ਆਨਲਾਈਨ ਦੁਕਾਨ ਖੁੱਲ ਜਾਣੀ ਹੈ ਤੁਹਾਡੀ ਇੱਕ, ਜਿਵੇਂ Amazon ਨੇ ਖੋਲੀ ਹੋਈ ਆ। ਆਪਾਂ Amazon ਦੀ ਐਗਜ਼ਾਮਪਲ ਲੈ ਕੇ ਚੱਲਦੇ ਆ। ਜਦੋਂ Amazon ਦੀ ਆਪਣੀ ਆਈਡੀ ਬਣ ਗਈ ਆਪਣੀ Amazon ਵਾਂਗੂ, ਉਹ ਕੀ ਆ, ਆਪਣੇ ਨਾਲ 3 ਤਰ੍ਹਾਂ ਦੀਆਂ ਪਾਵਰਾਂ ਕੰਮ ਕਰਨਗੀਆਂ। ਇੱਕ ਤੁਹਾਡੀ ਅਪਲਾਈਨ ਹੋ ਜੂਗੀ, ਇੱਕ MBA ਖੁਦ, ਇੱਕ ਤੁਹਾਡਾ BWW ਸਿਸਟਮ, ਬ੍ਰਿਟ ਵਰਲਡ ਵਾਈਡ ਸਿਸਟਮ। ਬ੍ਰਿਟ ਵਰਲਡ ਵਾਈਡ ਸਿਸਟਮ ਕੀ ਕਰਦਾ? ਬ੍ਰਿਟ ਵਰਲਡ ਵਾਈਡ ਸਿਸਟਮ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਨੂੰ ਦੱਸਦਾ ਵੀ ਆਪਾਂ ਕੰਮ ਕਿਵੇਂ ਕਰਨਾ। ਇਹ ਆਨਲਾਈਨ ਬੁੱਕਸ ਹੁੰਦੀਆਂ, ਉਹ ਤੁਸੀਂ ਬੁੱਕਸ ਪੜ੍ਹੋ। ਤੁਹਾਨੂੰ ਬੁੱਕਸ ਤੁਸੀਂ ਆਨਲਾਈਨ ਜਿਹੜੇ ਤੁਹਾਡੇ ਇਸ ਬਿਜ਼ਨਸ ਵਿੱਚ ਆਲਰੇਡੀ ਜਿਨ੍ਹਾਂ ਨੇ ਬਹੁਤ ਸਕਸੈਸ ਪਾ ਚੁੱਕੇ ਆ, ਉਹਨਾਂ ਦੀਆਂ ਸੀਡੀਜ਼ ਪਈਆਂ ਹੁੰਦੀਆਂ, ਉਹ ਇਹ ਸੀਡੀਜ਼ ਅਵੇਲੇਬਲ ਕਰਾਉਂਦਾ ਆਨਲਾਈਨ BWW ਸਿਸਟਮ। ਫਿਰ ਕੀ ਆ, ਉਸ ਤੋਂ ਬਾਅਦ ਜਿਹੜਾ ਜਿੱਦਾਂ ਕੋਈ ਓਪਨ ਸੈਮੀਨਾਰਸ ਹੁੰਦੇ ਆ, ਆਪਾਂ ਅੱਜ ਮੀਟਿੰਗ ਕਰਦੇ ਆ, ਜਿਹੜੇ ਸੈਮੀਨਾਰ ਹੁੰਦੇ BBS ਕਹਿੰਦੇ ਆ ਉਹਨਾਂ ਨੂੰ, ਬਿਜ਼ਨਸ ਬਿਲਡਿੰਗ ਸੈਮੀਨਾਰਸ, ਜਿੱਥੇ ਕਿ ਲੋਕ ਆਪਣੀ ਜਰਨੀ ਦੱਸਦੇ ਆ। ਜਰਨੀ ਉੱਥੇ ਬਹੁਤ ਘੱਟ ਹੁੰਦਾ, 10-15 ਹਜ਼ਾਰ ਲੋਕ ਇਕੱਠੇ ਹੋ ਜਾਂਦੇ ਆ।
ਉਹ ਸਾਰੇ ਸੁਣਦੇ ਆ ਵੀ ਜਿਹੜਾ ਬੰਦਾ ਆਲਰੇਡੀ ਸਕਸੈਸ ਪ੍ਰਾਪਤ ਕਰ ਚੁੱਕਿਆ, ਜਿਹੜੇ ਬੰਦੇ ਨੂੰ ਅੱਜ 10-15 ਲੱਖ ਰੁਪਏ ਮਹੀਨੇ ਦਾ ਆ ਰਿਹਾ, ਉਹ ਬੰਦਾ ਆਪਣੀ ਜਰਨੀ ਐਕਸਪਲੇਨ ਕਰਦਾ, ਉਹ BBS ਕਹਿੰਦੇ ਆ ਉਹਨੂੰ ਨਾ। ਫਿਰ ਬੁੱਕਸ ਇਹ ਪ੍ਰੋਵਾਈਡ ਕਰਦੀ ਆ, ਆਨਲਾਈਨ ਬੁੱਕਸ ਤੁਸੀਂ ਸਟੱਡੀ ਕਰ ਸਕਦੇ ਹੋ, ਆਨਲਾਈਨ ਤੁਸੀਂ ਉਹ ਬੰਦਿਆਂ ਨੂੰ ਸੁਣ ਸਕਦੇ ਹੋ। ਜੇ ਤੁਸੀਂ BBS ਨਹੀਂ ਜਾ ਸਕਦੇ, ਤੁਸੀਂ ਆਨਲਾਈਨ ਉਹ ਬੰਦਿਆਂ ਨੂੰ ਸੁਣ ਸਕਦੇ ਹੋ, YouTube ਤੇ ਸੁਣ ਸਕਦੇ ਹੋ। ਉਹ ਤੁਹਾਨੂੰ BW ਸਿਸਟਮ ਦੱਸਦਾ, ਤੁਹਾਨੂੰ ਇਸ ਕਾਬਲ ਬਣਾ ਦਿੰਦਾ BW ਸਿਸਟਮ ਕਿ ਤੁਸੀਂ ਇਸ ਬਿਜ਼ਨਸ ਨੂੰ ਗਰੋ ਕਰ ਲਓ, ਕਿਸੇ ਨੂੰ ਪੁੱਛਣ ਦੀ ਲੋੜ ਨਾ ਪਵੇ, ਹੈ ਨਾ। ਅਪਲਾਈਨ ਜਿਹੜੀ ਤੁਹਾਡੀ ਅਪਲਾਈਨ ਆ ਉਹ ਤੁਹਾਨੂੰ ਦੱਸਦੀ ਆ, ਜਿੱਦਾਂ ਹੁਣ ਡਾਕਟਰ ਵਰੁਣ ਆਪਾਂ ਇੱਥੇ ਮੀਟਿੰਗ ਮੀਟਿੰਗ ਆਰਗੇਨਾਈਜ਼ ਕੀਤੀ, ਇਹ ਆਪਣੇ ਅਪਲਾਈਨ ਆ ਨਾ, ਇਹ ਤਾਂ ਆਪਾਂ ਨੂੰ ਸਿਸਟਮ ਨਾਲ ਜੋੜਦੇ ਆ ਵੀ ਬ੍ਰਿਟ ਵਰਲਡ ਵਾਈਡ ਸਿਸਟਮ ਨਾਲ ਤੁਸੀਂ ਕਿਵੇਂ ਜੁੜ ਸਕਦੇ ਹੋ, ਐਵੇਂ ਨਾਲ ਤੁਸੀਂ ਕਿਵੇਂ ਜੁੜ ਸਕਦੇ ਹੋ। ਆਪਾਂ ਨੂੰ ਕੋਈ ਨਾ ਕੋਈ ਜਰੀਆ ਤਾਂ ਚਾਹੀਦਾ। ਅਗਰ ਸਕੂਲ 'ਚ ਐਡਮਿਸ਼ਨ ਲੈ ਲੈਂਦੇ ਆ, ਅਗਰ ਆਪਾਂ ਨੂੰ ਉੱਥੇ ਟੀਚਰ ਨਾ ਕੋਈ ਆਵੇ, ਆਪਾਂ ਪੜ੍ਹ ਸਕਦੇ ਹਾਂ ਉੱਥੇ ਜਾ ਕੇ, ਉੱਦਾਂ ਹੀ ਵਾਪਸ ਹੁੰਦੇ ਆਵਾਂਗੇ। ਆਪਾਂ ਨੂੰ ਟੀਚਰ ਦੀ ਵੀ ਜ਼ਰੂਰਤ ਹੁੰਦੀ ਆ, ਉਹ ਸਾਰੇ ਅਪਲਾਈ ਬੈਠੇ ਆ। ਜਿੱਦਾਂ ਹੁਣ ਵਿੱਕੀ ਜੀ ਨੂੰ ਅੱਜ ਮੀਟਿੰਗ 'ਚ ਮੈਂ ਇਹਨਾਂ ਨੂੰ ਫੋਨ ਕੀਤਾ, ਡਾਕਟਰ ਵਰੁਣ ਨੇ ਮੈਸੇਜ ਭੇਜਿਆ, ਇਹ ਅਪਲਾਈਨ ਦਾ ਕੰਮ ਆ। ਉਹਨਾਂ ਨੂੰ ਇੱਕ ਤਾਂ ਤੇ ਯੂਨਾਈਟ ਕਰਨਾ ਸਾਰਿਆਂ ਨੂੰ ਕਿ ਤੁਸੀਂ ਇੱਕ ਪ੍ਰੋਸੈਸ ਵਿੱਚ ਕਿਵੇਂ ਚੱਲ ਸਕਦੇ ਸਾਰਿਆਂ ਨੇ। ਜੇ ਆਪਾਂ ਸਾਰੇ ਅਲੱਗ-ਅਲੱਗ ਤੁਰੇ ਫਿਰਾਂਗੇ, ਕੋਈ ਆਪਾਂ ਨੂੰ ਗਾਈਡ ਕਰਨ ਵਾਲਾ ਨਹੀਂ ਹੋਊਗਾ, ਕੋਈ ਕੁਝ ਬੋਲੀ ਜਾਓ, ਕੋਈ ਕੁਝ ਬੋਲੀ ਜਾਓ, ਕੋਈ ਸਿਸਟਮ ਹੋਰ ਬੋਲੀ ਜਾਓ, ਕੋਈ ਆਪਾਂ ਨੂੰ ਇੱਕ ਕਹਿੰਦੇ ਵੀ ਸੂਤਰ ਕਰਾਉਣਾ, ਉਹ ਅਪਲਾਈਨ ਦਾ ਕੰਮ ਹੁੰਦਾ। ਫਿਰ MBA ਦਾ ਕੀ ਕੰਮ ਆ? MBA ਕੀ ਕਹਿੰਦੀ ਆ, ਜਿਹੜੇ ਤੁਹਾਨੂੰ ਜਦੋਂ ਤੁਸੀਂ ਕੋਈ ਬਿਜ਼ਨਸ ਸ਼ੁਰੂ ਕਰਦੇ ਹੋ, ਉਦੋਂ ਸਭ ਤੋਂ ਪਹਿਲਾਂ ਕੀ ਹੁੰਦਾ, ਪੈਸੇ ਦੀ ਲੋੜ ਹੁੰਦੀ ਹੈ, ਹਨਾ। ਪੈਸੇ ਦੀ ਲੋੜ ਕੀ ਹੁੰਦੀ ਹੈ? ਪੈਸਾ ਕਿਉਂ ਲੋੜ ਹੁੰਦੀ ਆ? ਕਿਉਂਕਿ ਆਪਾਂ ਪ੍ਰੋਡਕਟਸ ਖਰੀਦਣੇ ਆ ਨਾ, ਕੋਈ ਚੀਜ਼। ਜਿਹੜੇ ਆਪਾਂ MBA ਕੀ ਕਹਿੰਦਾ, ਤੁਸੀਂ ਪ੍ਰੋਡਕਟ ਖਰੀਦੋ, ਤੁਹਾਨੂੰ ਕੀ ਆ, ਇੱਥੇ ਪੈਸਾ ਲਾਉਣ ਦੀ ਲੋੜ ਨਹੀਂ ਹੈਗੀ। ਤੁਹਾਨੂੰ ਕੋਈ ਚੀਜ਼, ਨਵੀਂ ਚੀਜ਼, ਜਿਵੇਂ ਹੁਣ ਆਪਾਂ ਟੇਬਲ ਦੀ ਗੱਲ ਕਰਦੇ ਆ, ਆਪਾਂ ਟੇਬਲ ਕਿਦੋਂ ਖਰੀਦਿਆ? ਜਦੋਂ ਬੰਦੇ ਨੇ ਪਹਿਲੀ ਵਾਰ ਟੇਬਲ ਤਿਆਰ ਕੀਤਾ, ਇਹਨੇ ਤੇ ਰਿਸਰਚ ਕੀਤੀ ਵੀ ਕਿਵੇਂ ਇੱਕ ਟੇਬਲ ਬਣੂਗਾ ਇਹ, ਹਨਾ। ਇਹਦੇ 4 ਪੈਰ ਲੱਗਣਗੇ, ਇਹਦੇ ਥੱਲੇ ਸਪੂਨ ਲੱਗੂਗੀ। ਪਹਿਲੀ ਵਾਰ ਟੇਬਲ ਪੂਰਾ ਨਹੀਂ ਬਣ ਗਿਆ ਸੀ, ਕੋਈ ਟੇਢਾ ਟੇਬਲ। ਉਹ ਮੈਂ ਜੋ ਰਿਸਰਚ ਹੁੰਦੀ ਆ ਪ੍ਰੋਡਕਟ ਤੇ, ਇਹ ਸਾਰੀ MBA ਖੁਦ ਕਰਦਾ। ਆਪਾਂ ਨੂੰ ਬੜੀ ਬੜੀ ਡੱਬੀ ਮਿਲ ਜਾਂਦੀ ਹੈ, ਇੱਕ ਪੈਕਿੰਗ ਮਿਲ ਜਾਂਦੀ ਹੈ ਪ੍ਰੋਡਕਟ ਦੀ, ਆਪਾਂ ਉੱਤੇ ਕੋਈ ਰਿਸਰਚ ਨਹੀਂ ਕੀਤੀ ਹੁੰਦੀ, ਕੋਈ ਕੁਝ ਨਹੀਂ ਕੀਤਾ ਹੁੰਦਾ, ਆਪਾਂ ਨੂੰ ਵਧੀਆ ਕੁਆਲਿਟੀ ਦਾ ਪ੍ਰੋਡਕਟ ਮਿਲ ਜਾਂਦਾ। ਐਵੇਂ ਕਹਿੰਦੇ ਤੁਹਾਨੂੰ ਕੋਈ ਰਿਸਰਚ ਕਰਨ ਦੀ ਲੋੜ ਨਹੀਂ, ਪ੍ਰੋਡਕਟ ਮੈਂ ਆਪੇ ਦੂੰਗਾ ਨਾ। ਦੂਜੀ ਗੱਲ, ਇਨਫਰਾਸਟ੍ਰਕਚਰ ਹੁੰਦਾ ਜਿੱਦਾਂ ਮਕਾਨ ਆ ਨਾ, ਵੀ ਤੁਹਾਨੂੰ ਜਿਹੜਾ MBA ਦੀ ID ਬਣਾ ਲਈ, ਤੁਹਾਨੂੰ ਕੋਈ ਦੁਕਾਨ ਖੋਲਣ ਦੀ ਲੋੜ ਨਹੀਂ ਹੈਗੀ। ਬਾਜ਼ਾਰ 'ਚ ਆਪਾਂ ਜਾਵਾਂਗੇ, ਆਪਾਂ ਨੂੰ ਸ਼ੋਰੂਮ ਖੋਲਣਾ ਪੈਣਾ, ਫਿਰ ਆਪਾਂ ਨੂੰ ਕਮਾਈ ਹੁੰਦੀ ਆ। ਆਪਾਂ ਨੂੰ ਦੇਖਿਆ, ਆਪਾਂ ਕਿੰਨੇ ਤਰ੍ਹਾਂ ਦੇ ਸ਼ੋਰੂਮ ਖੁੱਲੇ ਆ ਬਾਜ਼ਾਰ 'ਚ ਨਾ, ਦੁਕਾਨਾਂ ਖੁੱਲੀਆਂ, ਵੱਡੇ ਵੱਡੇ ਮਾਲ ਖੁੱਲੇ ਹੋਏ ਆ, ਉਹਨਾਂ ਨੂੰ ਸਮਾਨ ਰੱਖ ਕੇ ਵੇਚਣਾ ਪੈਂਦਾ ਉੱਥੇ। ਆਪਾਂ ਨੂੰ ਉਹਦਾ ਦਾ ਇਨਫਰਾਸਟ੍ਰਕਚਰ ਕੋਈ ਚੀਜ਼ ਦੀ ਜ਼ਰੂਰਤ ਨਹੀਂ ਹੁੰਦੀ। ਆਪਾਂ ਕੀ ਕਰਨਾ, ਆਪਾਂ MBA ਜਿਹੜੀ ਤੁਹਾਡਾ, ਜਿਵੇਂ ਉਹ ਕਿਸੇ ਨਾ ਕਿਤੇ, ਜਦੋਂ ਆਪਾਂ ਕੋਈ ਚੀਜ਼ ਮੰਗਾਉਂਦੇ ਆ ਕਿਤੋਂ, ਆਪਾਂ